ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ। ਮੈਂ ਆ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਦੇਸ਼ ਆਰਥਿਕ ਰੂਪ ਵਿੱਚ ਕਰ ਰਿਹਾ ਤਰੱਕੀ, ਆਖਿਆ ਕੇਂਦਰੀ ਖਜ਼ਾਨਾ ਰਾਜ ਮੰਤਰੀ ਭਾਗਵਤ ਕ੍ਰਿਸ਼ਨ ਰਾਜ ਕਰਾੜ ਨੇ। ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਬਣਾਏ ਜਾਣਗੇ ਆਈਟੀ ਸਕਿੱਲ ਸੈਂਟਰ, ਆਖਿਆ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ। ਮਾਤਾ ਭਦਰਕਾਲੀ ਮੇਲੇ ਦਾ ਸ਼ਰਧਾ ਤੇ ਉਲਾਸ ਨਾਲ ਹੋਇਆ ਆਯੋਜਨ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਦੇਸ਼ ਆਰਥਿਕ ਰੂਪ ਵਿੱਚ ਹੋਰ ਤਰੱਕੀ ਕਰ ਰਿਹਾ ਹੈ। ਇਹ ਵਿਚਾਰ ਕੇਂਦਰੀ ਖਜ਼ਾਨਾ ਰਾਜ ਮੰਤਰੀ ਭਾਗਵਤ ਕ੍ਰਿਸ਼ਨ ਰਾਜ ਕਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹਨਾਂ ਆਖਿਆ ਕਿ ਐਨਡੀਏ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਲਈ ਬਿਹਤਰੀਨ ਬੈਂਕਿੰਗ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਐਮਐਸਐਮਈ ਨੂੰ ਪੂਰੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਐਮਐਸਐਮਈ ਨੂੰ ਆਰਥਿਕ ਪੱਖੋਂ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ। इस मौके पर बीजेपी नेता जगमोहन सिंह राजू, जिला बीजेपी प्रधान सुरेश महाजन, साबका मेयर बख्शीराम अरोड़ा भी मौजूद सन। 26 मई 2014 को प्रधानमंत्री मोदी जी ने शपथ लिया था। फर्स्ट टर्म प्रधानमंत्री की शपथ 26 मई को ली थी और दूसरी टर्म जो 2019 में शुरू हो गई उसकी शपथ 31 मई को ली थी। तो आज मैं इधर आया हूँ। जो अलग अलग बैंकों की अलग अलग स्कीम 2014-15 से शुरुआत की है, उसे में पहला जो स्कीम जो इम्पोर्टेंट है, प्रधानमंत्री जन धन योजना, मुद्रा योजना, प्रधानमंत्री सुरक्षा बीमा योजना, प्रधानमंत्री जीवन ज्योति बीमा योजना, अटल पेंशन योजना, प्रधानमंत्री स्ट्रीट वेंडर्स आत्मनिर्भर निधि योजना, ये अलग अलग स्कीम जो पिछले 7-8 साल से चल रही है। तो ये पंजाब में कैसी है, गौर गरीब लोगों के लिए पर्टिकुलरली किसान कार्ड योजना हो, जनधन योजना हो, मुद्रा योजना हो, इसी का सभी का मेल नेशनल रिकॉर्ड से मिलता जुलता है। कुछ योजना नेशनल रिकॉर्ड से अच्छी भी चल रही है और एक दो योजना कम है, उसी के लिए सुधार करने के लिए मैं बोल दिया है। करोड़ों एमएसएमई को मदद मिल चुकी है और कोविड के टाइम 2 साल जो प्रॉब्लम थे उसी में एमएसएमई की मदद होना बोल के जो योजना है, इमरजेंसी क्रेडिट लाइन गारंटी स्कीम, जो 5 लाख करोड़ की स्कीम की योजना है, उसी की मुदत 31 मई 2023 तक बढ़ाई है। इसलिए एमएसएमई को सहूलत मिल रही है। पंजाब सरकार राज ਦੇ ਦਿਹਾਤੀ ਖੇਤਰਾਂ ਵਿੱਚ ਆਈਟੀ ਸਕਿੱਲ ਸੈਂਟਰ ਸਥਾਪਿਤ ਕਰੇਗੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਨੂੰ ਜਾਣ ਤੋਂ ਰੋਕਿਆ ਜਾ ਸਕੇ ਅਤੇ ਇੱਥੇ ਹੀ ਰਹਿ ਕੇ ਵਿਦੇਸ਼ੀ ਫਰਮਾਂ ਦਾ ਕੰਮਕਾਜ ਕਰ ਸਕਣ। ਇਸ ਲਈ ਜ਼ਰੂਰੀ ਹੈ ਕਿ ਪਿੰਡਾਂ ਵਿੱਚ ਆਈਟੀ ਸੈਂਟਰਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਸੁਰਜਨ ਕੀਤਾ ਜਾਵੇ। ਇਹ ਵਿਚਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਾਂਗਰਾ ਵਿਖੇ ਸਥਿਤ ਆਈਟੀ ਕੰਪਨੀ ਸਿੰਬਾ ਕਾਰਡ ਦਾ ਦੌਰਾ ਕਰਨ ਉਪਰੰਤ ਸਾਂਝੇ ਕੀਤੇ। ਉਹਨਾਂ ਆਖਿਆ ਕਿ ਟਾਂਗਰਾ ਵਾਸੀ ਮਨਦੀਪ ਕੌਰ ਨੇ ਇੱਕ ਦਲੇਰਾਨਾ ਕਦਮ ਚੁੱਕਿਆ ਹੈ ਅਤੇ ਇਸ ਕਸਬੇ ਵਿੱਚ ਹੀ ਆਈਟੀ ਸੈੱਲ ਵਿਕਸਿਤ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਉਹਨਾਂ ਪੰਜਾਬ ਦੇ ਐਨਆਰਆਈਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਸੋਸ਼ਲ ਮੀਡੀਆ ਦੇ ਕੰਮ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਮਦਦ ਕਰਨ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, डिप्टी डायरेक्टर जतेंद्र सिंह बराड़, वधीक डिप्टी कमिश्नर रणबीर सिंह मुद्दल, जिला विकास ते पंचायत अफसर गुरप्रीत सिंह गिल और एडवोकेट राजीव मदान ते कई लोग मौजूद सन।
ਉਹ ਵਿਕਾਸ ਇਹੀ ਹੈ ਕਿ ਬੰਦਾ ਜਿਹੜਾ ਅੱਜ ਦੇ ਯੁੱਗ ਵਿੱਚ, ਅੱਜ ਜਿੱਦਾਂ ਦੁਨੀਆ ਬਦਲ ਗਈ ਹੈ, ਅੱਜ ਦੇ ਯੁੱਗ ਦੇ ਹਾਣੀ ਹੋਣਾ, ਅਸੀਂ ਪੰਜਾਬ ਨੂੰ ਅੱਜ ਦੇ ਯੁੱਗ ਦਾ ਹਾਣੀ ਬਣਾਉਣਾ ਚਾਹੁੰਦੇ। ਜਿਹੜਾ ਆਈਟੀ ਸੈਂਟਰ ਹੈ, ਇਹ ਅੱਜ ਦੇ ਯੁੱਗ ਦੀ ਲੋੜ ਹੈ। ਅੱਜ ਦੀ ਟੈਕਨੋਲੋਜੀ ਜਿਹੜੀ ਹੈ, ਇਹਦੀ ਬਹੁਤ ਵੱਡੀ ਲੋੜ ਹੈ। ਇਹ ਲੋੜ ਜਿਹੜੀ ਹੈ ਪਿੰਡਾਂ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਲੋੜ ਹੈ, ਬਟ ਪਿੰਡਾਂ ਦੇ ਲੋਕਾਂ ਨੂੰ ਮੌਕਾ ਨਹੀਂ ਮਿਲਦਾ। ਉਹਨਾਂ ਨੂੰ ਸ਼ਹਿਰ 'ਚ ਆਉਣਾ ਪੈਂਦਾ। ਸ਼ਹਿਰਾਂ ਦੇ ਵਿੱਚ ਇਹ ਸੈਂਟਰ ਹੈਗੇ ਆ, ਬਟ ਇਹ ਪਹਿਲਾ ਸੈਂਟਰ ਹੈ ਜਿੱਥੇ ਸ਼ਹਿਰਾਂ ਤੋਂ ਲੋਕ ਸਿੱਖਣ ਆਉਂਦੇ ਆ। ਔਰ ਅਸੀਂ ਵੀ ਇਦਾਂ ਦਾ ਡਿਵੈਲਪ ਕਰਾਂਗੇ। ਮਨਦੀਪ ਦੀ ਵਿੱਚ ਸਹਿਯੋਗ ਲਾਂਗੇ ਔਰ ਮਨਦੀਪ ਦੀ ਇਸ ਸੰਸਥਾ ਦੀ ਵੀ ਸਰਕਾਰ ਮਦਦ ਕਰੂਗੀ। ਜੋ ਵੀ ਸੰਭਵ ਸਾਡੇ ਮਹਿਕਮੇ ਦੇ ਥਰੂ, ਪੰਜਾਬ ਸਰਕਾਰ ਦੇ ਥਰੂ ਹੋਇਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਲੋਕਾਂ ਨੂੰ ਦੂਜੇ ਜ਼ਿਲ੍ਹਿਆਂ ਤੋਂ ਨਵੇਂ ਮੁੰਡੇ ਕੁੜੀਆਂ ਨੂੰ ਲਿਆ ਕੇ ਵੱਲ ਜਿਹੜਾ ਦਿਖਾਵਾਂਗੇ। ज्येष्ठ मास की अपरा एकादशी शुभ दिन गुरुवार ਨੂੰ सिद्धपीठ मंदिर माता भद्रकाली जी विखे माता भद्रकाली जी का सालाना मेला शरधा ते धूमधाम नाल मनाया गया। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੇਲੇ ਵਿੱਚ ਹਿੱਸਾ ਲੈ ਕੇ ਮਾਤਾ ਭੱਦਰਕਾਲੀ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਇੱਥੇ ਜ਼ਿਕਰ ਹੋ ਗਿਆ ਕਿ ਸਿੱਧਪੀਠ ਮੰਦਿਰ ਮਾਤਾ ਭੱਦਰਕਾਲੀ 1400 ਸਾਲ ਪੁਰਾਣਾ ਹੈ ਅਤੇ ਸੰਗਤ ਦੀ ਇੱਥੇ ਸ਼ਰਧਾ ਹੈ। ਮੇਲੇ ਵਿੱਚ ਆਈ ਸੰਗਤਾਂ ਨੇ ਆਖਿਆ ਕਿ ਮੰਦਿਰ ਮਾਤਾ ਭੱਦਰਕਾਲੀ ਵਿਖੇ ਭਗਤਾਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ ਅਤੇ ਮਾਂ ਭਗਵਤੀ ਹਰ ਇਨਸਾਨ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ। ਮੇਲੇ ਦੌਰਾਨ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਅਤੇ ਜਗ੍ਹਾ ਜਗ੍ਹਾ ਲੰਗਰ ਵਰਤਾਏ ਗਏ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਬਿਹਤਰ ਪ੍ਰਬੰਧ ਕੀਤੇ ਗਏ ਸਨ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮੇਲੇ ਵਿੱਚ ਹਿੱਸਾ ਲੈ ਕੇ ਮਾਤਾ ਭੱਦਰਕਾਲੀ ਜੀ ਦੇ ਦਰਸ਼ਨ ਕੀਤੇ। ਚੱਲੋ ਦਰਬਾਰ ਮਾਂ ਦੇ ਕਰ ਲੋ ਦੀਦਾਰ ਮਾਂ ਦੇ, ਚੱਲੋ ਦਰਬਾਰ ਮਾਂ ਦੇ ਕਰ ਲੋ ਦੀਦਾਰ ਮਾਂ ਦੇ। ਮੇਰਾ ਦੀਆਂ ਨਜ਼ਰਾਂ ਕਰਦੀ ਹਰ ਇੱਕ ਦੀ ਝੋਲੀ ਭਰਦੀ, ਮੇਰਾ ਦੀਆਂ ਨਜ਼ਰਾਂ ਕਰਦੀ ਹਰ ਇੱਕ ਦੀ ਝੋਲੀ ਭਰਦੀ। ਬੋਲੋ ਜੈਕਾਰ ਮਾਂ ਦੇ, ਚੱਲੋ ਦਰਬਾਰ ਮਾਂ ਦੇ ਕਰ ਲੋ ਦੀਦਾਰ ਮਾਂ ਦੇ, ਚੱਲੋ ਦਰਬਾਰ ਮਾਂ ਦੇ ਕਰ ਲੋ ਦੀਦਾਰ ਮਾਂ ਦੇ। ਮਤਲਬ ਬੜੀ ਬੜੀ ਦੂਰ ਤੋਂ ਲੋਕੀ ਆਉਂਦੇ ਆ, ਮੱਥਾ ਟੇਕਦੇ, ਮਹਾਰਾਣੀ ਦਾ ਮਸਤਕ ਹੁੰਦੇ ਆ, ਲੋਕਾਂ ਦੀ ਮਨੋਕਾਮਨਾ ਪੂਰੀ ਹੁੰਦੀਆਂ, ਲੋਕੀ ਖੁਸ਼ ਹੋ ਕੇ ਜਾਂਦੇ ਆ। 2 ਸਾਲ ਤੋਂ ਮਤਲਬ ਮੇਲਾ ਘੱਟ ਲੱਗਾ, ਐਰਕੀ ਮੇਲਾ ਬਹੁਤ ਜ਼ਿਆਦਾ ਭਾਰੀ ਮੇਲਾ, ਮਤਲਬ ਲੋਕੀ ਬਾਹਰੋਂ ਵੀ ਆਉਂਦੇ ਆ, ਦੂਰੋਂ ਵੀ ਆਉਂਦੇ ਆ, ਲੋਕਲ ਵੀ ਹੈਗੇ ਆ। ਮਤਲਬ ਲੋਕਾਂ ਦੀਆਂ ਮਨੋਕਾਮਨਾ ਪੂਰੀ ਹੋ ਕੇ ਆਪਣੀ ਇੱਛਾ ਪੂਰੀ ਕਰਦੇ ਆ, ਫਿਰ ਮੱਥਾ ਟੇਕਣ ਆਉਂਦੇ ਆ ਜੀ। ਦੇਖੋ ਜਦੋਂ ਆਉਂਦੇ ਇੱਥੇ ਮੱਥਾ ਟੇਕਣ ਆਉਂਦੇ, ਮਹਾਰਾਣੀ ਕੋਲ ਪਹਿਲੇ ਕਹਿੰਦੇ ਕਿ ਸਾਡਾ ਜੀ ਇਹ ਕੰਮ ਹੋਣਾ ਚਾਹੀਦਾ ਪੂਰਾ। ਜਦੋਂ ਉਹਨਾਂ ਦਾ ਪੂਰਾ ਹੋ ਜਾਂਦਾ ਕੰਮ, ਫਿਰ ਉੱਥੇ ਮੱਥਾ ਟੇਕਣ ਆਉਂਦੇ ਆ, ਮੇਲੇ ਤਾਂ ਆਉਂਦੇ, ਉਸ ਤੋਂ ਬਾਅਦ ਵੀ ਆਉਂਦੇ। ਜਦੋਂ ਉਹਨਾਂ ਕੋਲ ਮਾਤਾ ਰਾਣੀ ਦਾ ਬੁਲਾਵਾ ਆਏਗਾ ਉਦੋਂ ਜੀ ਆਉਂਦੇ ਮੱਥਾ ਟੇਕਣ। ਅੱਜ अपरा एकादशी महारानी का मेला भारी संख्या संगत आके महारानी के दर्शन करती है और हज़ारों सालों का मेला महारानी का चलता आ रहा है। और जो भी भगतां की मुराद है महारानी मनोकामना पूर्ण करती है। रौनक हर साल होंदियां ने महारानी के मेले के उत्ते, क्योंकि जो भगत जन महामाई को मंगते 100 महारानी देंदी और यात्रु भारी संख्या जाते हैं मत्था टेकन। ਸਾਡੇ ਬੱਚੇ ਦੇ ਮੁੰਨਨ ਸੀਗੇ ਤੇ ਸਾਡੇ 'ਚ ਇਹ ਹੁੰਦਾ ਕਿ ਮੁੰਨਨ ਇੱਥੇ ਹੀ ਕਰਦੇ ਨੇ, ਰੀਤ ਹੈਗੀ ਹੈ ਸਾਡੇ ਦੇ ਵਿੱਚ। ਤੇ ਫਿਰ 2 ਜਾਣੇ ਦੇ ਕਰਦੇ, ਚਾਹੇ ਜੋੜਾ ਹੋ ਜਾਏ ਚਾਹੇ ਇੱਕ ਲੜਕੀ ਤੇ ਲੜਕਾ ਹੋ ਜਾਏ। ਤੇ ਬਾਕੀ ਸਾਡੀ ਬਹੁਤ ਮੰਨਤ ਹੈ, ਹਰ ਮੰਨਤ ਤੋਂ ਪੂਰੀ ਹੁੰਦੀ ਹੈ। ਅੱਜ ਬਹੁਤ ਰੌਣਕ ਹੈ ਜੀ, ਇੱਥੇ ਤੇ ਇੰਨਾ ਰਸ਼ ਹੁੰਦਾ ਹੈ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ। ਮਾਂ ਕੇ ਅਰਦਾਸ ਕੀਤੀ ਹੈ ਕਿ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ਣਾ ਤੇ ਸਾਨੂੰ ਸਾਰਿਆਂ ਨੂੰ ਭਰੇ ਭੰਡਾਰ ਬਖਸ਼ਣਾ, ਸਾਡੇ ਸਾਰਿਆਂ ਨੂੰ ਖੁਸ਼ੀਆਂ ਦੇਣਾ। ਜੋ ਜਿਹਦੀ ਮੰਨਤ ਹੈ ਉਹਦੀ ਮੰਨਤ ਪੂਰੀ ਹੋਏ ਤੇ ਆਪਾਂ ਆਪਣੀ ਮਾਂ ਕੋ ਸਭ ਕੁਝ ਮੰਗੇ ਤੇ ਸਾਨੂੰ ਸਾਡੀ ਮਾਂ ਸਾਰੀਆਂ ਮੁਰਾਦਾਂ ਪੂਰੀਆਂ ਕਰੇ। ਵਾਧੂ ਰੌਣਕ ਹੈ ਭੱਦਰਕਾਲੀ ਦੇ ਦਰਬਾਰ ਤੇ, ਹਮੇਸ਼ਾ ਇਦਾਂ ਰੌਣਕਾਂ ਲੱਗੀਆਂ ਰਹਿਣ। ਮਹਾਰਾਜ ਸੁਖ ਸ਼ਾਂਤੀ ਬਖਸ਼ੇ, ਸਭ ਦਾ ਭਲਾ ਹੋਵੇ, ਕਰੋਨਾ ਤੋਂ ਬਚਾਅ ਕਰੇ। ਬਹੁਤ ਰੌਣਕ ਹੈ ਜੀ, ਹਰ ਸ਼ਾਮੀ ਹੋਰ ਰੌਣਕ ਲੱਗਣੀ ਹੈ। ਮੈਨੂੰ ਤਾਂ 40-45 ਸਾਲ ਹੋ ਗਏ ਜੀ, ਛੋਟੇ ਹੁੰਦੇ ਆਉਂਦੇ ਰਹੇ, ਇੱਦਾਂ ਹੀ ਦਰਬਾਰ ਸਾਜਦਾ ਰਿਹਾ ਮਹਾਰਾਜ ਦਾ, ਰੌਣਕਾਂ ਲੱਗੀਆਂ ਰਹਿਣ। ਬਹੁਤ ਸਾਚੇ ਦਰਬਾਰ ਕੀ ਜਾ। ज्येष्ठ मास की अपरा एकादशी शुभ दिन गुरुवार माँ भद्रकाली का मेला बड़ी श्रद्धा तो उल्लास ਨਾਲ मनाया गया। ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਅੱਜ ਮਾਂ ਦੇ ਚਰਨਾਂ 'ਚ ਹਾਜ਼ਰੀ ਭਰੀ ਔਰ ਇਹੋ ਮੰਗਿਆ ਕਿ ਮਾਂ ਹਰ ਪਾਸੇ ਸੁਖ ਸ਼ਾਂਤੀ ਹੋਵੇ, ਹਰ ਘਰ ਦੇ ਵਿੱਚ ਖੁਸ਼ੀ ਹੋਵੇ, ਖੁਸ਼ਹਾਲੀ ਹੋਵੇ, ਸਫਲਤਾ ਹੋਵੇ। ਪਰ ਆਪਣਾ ਜਿਹੜਾ ਹੱਥ ਹੈ ਉਹ ਬੱਚਿਆਂ ਦੇ ਸਿਰ ਤੇ ਇਸ ਤਰ੍ਹਾਂ ਹੀ ਬਣਾਈ ਰੱਖਿਓ, ਆਪਣਾ ਆਸ਼ੀਰਵਾਦ ਬਣਾਈ ਰੱਖਿਓ ਔਰ ਹਰ ਸਾਲ ਬੱਚੇ ਸਹੀ ਤਰ੍ਹਾਂ ਆਪ ਜੀ ਦਾ ਮੇਲਾ ਮਨਾਉਂਦੇ ਰਹਿਣ। ਕੈਮਰਾਮੈਨ ਰਿਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਜ਼ਿਲ੍ਹਾ ਤਰਨਤਾਰਨ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਨਜਾਇਜ਼ ਅਸਲਾ ਬਰਾਮਦ ਕੀਤਾ ਹੈ। ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ
कि पुलिस ने दोषियां बॉबी, राजन, चरणजीत सिंह, गुरमुख सिंह ਨੂੰ गिरफ्तार करके ਇਹਨਾਂ ਦੇ कब्जे ਵਿੱਚੋਂ 3 पिस्तौल 32 बोर ਅਤੇ 23 जिंदा रौंद बरामद ਕੀਤੇ ਹਨ। पुलिस ने दोषी आकाशदीप सिंह ਅਤੇ हरपाल सिंह ਨੂੰ गिरफ्तार करके 1 पिस्तौल 32 बोर 2 रौंद, 1 देसी कट्टा 315 बोर 2 रौंद ਅਤੇ दोषी सतपाल सिंह ਨੂੰ काबू करके इस पासों 1 पिस्तौल 32 बोर 7 जिंदा रौंद ਅਤੇ 1 ਕਾਰ बरामद की है। दोषियों तो अगे पुछगिछ जारी है। ਜ਼ਿਲ੍ਹਾ ਪੁਲਿਸ ਤਰਨਤਾਰਨ ਦੇ ਸਾਡੇ ਸਾਰੇ CIA ਸਟਾਫ, ਸਬ ਡਿਵੀਜ਼ਨ ਭਿੱਖੀਵਿੰਡ ਤੇ ਗੋਇੰਦਵਾਲ ਸਾਹਿਬ, ਇਹ ਸਾਰਿਆਂ ਨੇ ਰਲ ਕੇ ਪਿੱਛੇ ਥੋੜ੍ਹੇ ਮੋਟੇ ਜਿਹੜੀਆਂ ਸਨੈਚਿੰਗ ਦੀਆਂ ਵਾਰਦਾਤਾਂ ਹੁੰਦੀਆਂ ਸੀ ਜਾਂ ਛੋਟੇ ਮੋਟੇ ਹੋਰ ਕ੍ਰਾਈਮ ਹੁੰਦੇ ਸੀ, ਉਹਨਾਂ ਨੂੰ ਮੁੱਖ ਰੱਖਦੇ ਹੋਏ ਕਾਫੀ ਵੱਡੇ ਪੱਧਰ ਤੇ ਜਿਹੜੇ ਐਫਰਟਸ ਕੀਤੇ ਪ੍ਰੀਵੈਂਸ਼ਨ ਆਫ ਕ੍ਰਾਈਮ ਦੇ। ਨਾਲ ਹੀ ਉਹਨਾਂ ਦੇ ਨਾਲ ਇਹਨਾਂ ਨੇ ਮਿਹਨਤ ਕਰਕੇ, ਨਾਕਾਬੰਦੀਆਂ ਕਰਕੇ, ਇਨਵੈਸਟੀਗੇਸ਼ਨ ਕਰਕੇ ਡਿਟੈਕਸ਼ਨ ਕੀਤੀ ਆ। ਉਸ ਡਿਟੈਕਸ਼ਨ ਦੇ ਤਹਿਤ ਕੱਲ੍ਹ ਦੇ ਦੌਰਾਨ ਹੀ ਸਾਨੂੰ ਜਿਹੜੇ 6 ਪਿਸਤੌਲ ਪਲੱਸ ਉਹਦਾ ਜਿਹੜਾ ਸਿੱਕਾ ਬਰੂਦ ਉਹ ਜਿਹੜਾ ਸਾਨੂੰ ਰਿਕਵਰ ਹੋਇਆਗਾ। ਉਹਦੇ 'ਚ ਵੱਖ-ਵੱਖ ਥਾਵਾਂ 'ਤੇ 3 ਮੁਕੱਦਮੇ ਦਰਜ ਹੋਏ ਨੇ। ਇੱਕ ਮੁਕੱਦਮਾ ਪੱਟੀ ਵਿਖੇ ਦਰਜ ਹੋਇਆ, ਮੁਕੱਦਮਾ ਨੰਬਰ 84, ਜਿਹਦੇ 'ਚ ਕੁਛ 20/5 ਨੂੰ ਕੁਛ ਕੁ ਮੁਲਜ਼ਮਾਂ ਨੇ ਇੱਕ ਫਾਇਰਿੰਗ ਕਰਕੇ ਉਹ ਭੱਜ ਗਏ ਸੀਗੇ। ਉਹ ਫਾਇਰਿੰਗ ਦੇ ਤਹਿਤ ਮੁਕੱਦਮਾ ਦਰਜ ਸੀਗਾ 84 ਨੰਬਰ 20/5/22 ਨੂੰ 336 25 27 54 ਆਰਮਜ਼ ਐਕਟ ਦਾ। ਉਸ ਮੁਕੱਦਮੇ ਦੀ ਇਨਵੈਸਟੀਗੇਸ਼ਨ ਦੌਰਾਨ SHO ਸਿਟੀ ਪੱਟੀ ਤੇ DSP ਪੱਟੀ ਨੇ ਐਫਰਟਸ ਕਰਕੇ ਬੌਬੀ ਪੁੱਤਰ ਮੁਖਤਿਆਰ ਸਿੰਘ, ਰਾਜਨ ਪੁੱਤਰ ਮੁਖਤਿਆਰ ਸਿੰਘ, ਚਰਨਜੀਤ ਪੁੱਤਰ ਗੁਲਜ਼ਾਰ ਸਿੰਘ, ਗੁਰਮੁਖ ਪੁੱਤਰ ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਪੁੱਤਰ ਮੰਗਾ ਸਿੰਘ ਸਰਾਲੀ ਕਲਾਂ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਤੋਂ ਗ੍ਰਿਫਤਾਰ ਕਰਕੇ 3 ਪਿਸਤੌਲ ਤੇ 32 ਬੋਰ ਦੇ ਜਿਹੜੇ ਸਮੇਤ ਮੈਗਜ਼ੀਨ ਆ, 23 ਜਿੰਦਾ ਰੌਂਦ ਆ, ਉਹ ਅਰੈਸਟ ਕੀਤੇ ਨੇ। ਵਿਧਾਇਕ ਡਾਕਟਰ ਅਜੇ ਗੁਪਤਾ ਨੇ ਆਪਣੀ ਧਰਮ ਪਤਨੀ ਦੇ ਨਾਲ ਮਾਤਾ ਭੱਦਰਕਾਲੀ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਸਾਦ ਛਕਿਆ। इस मौके ते आम आदमी पार्टी वॉलंटियर एडवोकेट विशव लूथरा, साहिल मट्टू, रजिंदर पाल, करण, अमित शर्मा, धीरज शर्मा समेत वड्डी गिनती विच संगतां ने हाजरी भरी। ਅੱਜ ਅਸੀਂ ਅੰਮ੍ਰਿਤਸਰ ਦੇ ਬਹੁਤ ਹੀ ਇਤਿਹਾਸਿਕ ਮੰਦਿਰ ਮਾਂ ਭੱਦਰਕਾਲੀ ਦੇ ਮੰਦਿਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਅੱਜ ਦੇ ਮੇਲੇ ਦੇ ਵਿੱਚ ਅਸੀਂ ਵੀ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਆਏ ਆ ਔਰ ਮਾਤਾ ਰਾਣੀ ਦਾ ਜਿਹੜਾ ਅਸੀਂ ਸ਼ੁਕਰਾਨਾ ਅਦਾ ਕਰਨ ਆਏ ਆ, ਸ਼ੁਕਰੀਆ ਅਦਾ ਕਰਨ ਆਏ ਆ ਕਿ ਜੋ ਮਾਨ ਮਾਤਾ ਰਾਣੀ ਨੇ ਜੋ ਆਸ਼ੀਰਵਾਦ ਸਾਨੂੰ ਦਿੱਤਾ ਉਹਦਾ ਅਸੀਂ ਜਨਤਾ ਦੇ ਵਿੱਚ ਜਾ ਕੇ ਜਿੰਨਾ ਵੱਧ ਤੋਂ ਵੱਧ ਹੋ ਸਕੇਗਾ ਅਸੀਂ ਲੋਕਾਂ ਦੇ ਭਲੇ ਦੇ ਕੰਮ ਕਰਾਂਗੇ। ਅੱਜ ਸਾਡੇ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਜੀ ਆਪਣੀ ਧਰਮ ਪਤਨੀ ਜੀ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਆਏ ਸੀਗੇ। ਉਹਨਾਂ ਨੇ ਅੱਜ ਇੱਥੇ ਆਣ ਕੇ ਮਾਤਾ ਜੀ ਕੋ ਆਸ਼ੀਰਵਾਦ ਲਿੱਤਾ ਔਰ ਮਾਤਾ ਜੀ ਅੱਗੇ ਅਰਦਾਸ ਬੇਨਤੀ ਕੀਤੀ। ADGP ਪ੍ਰਮੋਦ ਕੁਮਾਰ ਨੇ ਆਪਣੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਸ਼੍ਰੀ ਦੁਰਗਿਆਨਾ ਤੀਰਥ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਠਾਕੁਰ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਮੰਗਲ ਕਾਮਨਾ ਦੀ ਅਰਦਾਸ ਕੀਤੀ। ਭੰਡਾਰੀ ਬ੍ਰਿਜ ਦੀ ਵਾਈਡਨਿੰਗ ਹੋ ਚੁੱਕੀ ਹੈ ਅਤੇ ਅਸੀਂ ਕੰਪਨੀ ਦਾ ਧੰਨਵਾਦ ਵੀ ਕੀਤਾ। ਪ੍ਰਸ਼ਾਸਨ ਨੇ ਇਹ ਉਪਰਾਲਾ ਕਰਕੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਵੱਡੀ ਸੌਗਾਤ ਦਿੱਤੀ ਹੈ ਕਿਉਂਕਿ ਸ਼ਹਿਰ ਨੂੰ ਦੋਵੇਂ ਪਾਸੇ ਤੋਂ ਜੋੜਨ ਵਿੱਚ ਇਸ ਪੁਲ ਦਾ ਬਹੁਤ ਵੱਡਾ ਯੋਗਦਾਨ ਹੈ। ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਹੈ ਅਤੇ ਕਿਸੇ ਪਾਸੇ ਕੋਈ ਜਾਮ ਨਹੀਂ ਦਿਸਦਾ। ਲੱਗਦਾ ਹੈ ਕਿ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਇਸ ਚੀਜ਼ ਤੋਂ ਹੁਣ ਬੇਫਿਕਰ ਹੋ ਗਿਆ ਹੈ ਕਿ ਭੰਡਾਰੀ ਪੁਲ ਦੇ ਉੱਪਰ ਕਿਸੇ ਮੁਲਾਜ਼ਮ ਦੀ ਲੋੜ ਨਹੀਂ ਹੈ। ਵੇਖਣ ਵਿੱਚ ਆਇਆ ਕਿ ਸਟੇਸ਼ਨ ਵਾਲੀ ਸਾਈਡ ਤੋਂ ਭੰਡਾਰੀ ਪੁਲ ਤੇ ਚੜਨ ਵਾਲਾ ਟ੍ਰੈਫਿਕ ਗਲਤ ਢੰਗ ਨਾਲ ਹਾਲ ਗੇਟ ਵੱਲ ਉਤਰ ਜਾਂਦਾ ਹੈ, ਜਦਕਿ ਇਸ ਟ੍ਰੈਫਿਕ ਨੂੰ ਬ੍ਰਿਜ ਦੇ ਉੱਪਰ ਬਣੇ ਗੋਲ ਚੱਕਰ ਦੇ ਉੱਪਰੋਂ ਹੋ ਕੇ ਆਉਣਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਇਹ ਖਬਰ ਵਿਖਾ ਚੁੱਕੇ ਹਾਂ ਕਿ ਇਸ ਜਗ੍ਹਾ ਗਲਤ ਢੰਗ ਨਾਲ ਚੱਲਦਾ ਟ੍ਰੈਫਿਕ ਹਾਦਸਿਆਂ ਨੂੰ ਦਸਤਕ ਦਿੰਦਾ ਹੈ ਅਤੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਟਾਈਮ ਬਚਾਉਣ ਦੇ ਖਾਤਰ ਸ਼ਾਰਟਕਟ ਲੈਣ ਦੇ ਚੱਕਰ ਵਿੱਚ ਐਕਸੀਡੈਂਟ ਵੀ ਹੋ ਸਕਦਾ ਹੈ। ਡਿਪਾਰਟਮੈਂਟ ਤੋਂ ਪੁਰਜ਼ੋਰ ਮੰਗ ਕਰਦੇ ਹਾਂ
ਕਿ ਭੰਡਾਰੀ ਬ੍ਰਿਜ ਦੇ ਉੱਪਰ ਇਸ ਪੁਆਇੰਟ ਤੇ ਘੱਟ ਤੋਂ ਘੱਟ 2 ਟ੍ਰੈਫਿਕ ਪੁਲਿਸ ਮੁਲਾਜ਼ਮ ਖੜੇ ਹੋਣ ਤਾਂ ਜੋ ਗਲਤ ਢੰਗ ਨਾਲ ਚੱਲਦਾ ਟ੍ਰੈਫਿਕ ਨੂੰ ਸਹੀ ਕਰ ਸਕਣ ਅਤੇ ਸ਼ਹਿਰ ਵਾਸੀ ਵੀ ਇਸ ਤੋਂ ਸਿੱਖਣ ਕਿ ਨਵੇਂ ਬਣੇ ਭੰਡਾਰੀ ਬ੍ਰਿਜ ਦਾ ਇਸਤੇਮਾਲ ਕਿਵੇਂ ਕਰਨਾ ਹੈ। ਅੱਜ ਇੱਕ ਵਾਰ ਫਿਰ ਅਸੀਂ ਖੜੇ ਹਾਂ ਭੰਡਾਰੀ ਬ੍ਰਿਜ ਦੇ ਉੱਪਰ, ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਟ੍ਰੈਫਿਕ ਹਰ ਪਾਸਿਓਂ ਚੱਲਦਾ ਦਿਸਦਾ ਹੈ। ਕੋਈ ਟ੍ਰੈਫਿਕ ਜਾਮ ਨਹੀਂ, ਕੋਈ ਰੋਟੇਸ਼ਨ ਦੇ ਵਿੱਚ ਦਿੱਕਤ ਨਹੀਂ ਔਰ ਬਹੁਤ ਵਧੀਆ ਤਰੀਕੇ ਨਾਲ ਟ੍ਰੈਫਿਕ ਚੱਲਦਾ ਹੈ। ਬਟ ਇੱਕ ਗਲਤੀ ਲੋਕੀ ਕਰ ਰਹੇ ਹਨ, ਉਹ ਕਰ ਰਹੇ ਹਨ ਮੇਰੇ ਮਗਰ ਜਿਹੜਾ ਪੁਆਇੰਟ ਤੁਸੀਂ ਵੇਖਦੇ ਪਏ ਹੋ, ਇਹ ਇੱਕ ਐਕਸੀਡੈਂਟ ਪ੍ਰੋਨ ਏਰੀਆ ਬਣ ਚੁੱਕਾ ਹੈ। ਜੋ ਸਟੇਸ਼ਨ ਵੱਲੋਂ ਚੜ੍ਹ ਕੇ ਲੋਕੀ ਆਉਂਦੇ ਨੇ ਹਾਲਗੇਟ ਨੂੰ ਜਾਣ ਵਾਸਤੇ, ਉਹ ਇਹ ਸ਼ਾਰਟਕਟ ਯੂਜ਼ ਕਰਦੇ ਨੇ ਕਿ ਜੋ ਸਾਡੇ ਕੋਲੋਂ ਟ੍ਰੈਫਿਕ ਲੱਗਦਾ ਤੁਸੀਂ ਵੇਖ ਰਹੇ ਹੋ। ਇਹ ਗਲਤ ਹੈ, ਜਦ ਕਿ ਟ੍ਰੈਫਿਕ ਜਿਹੜਾ ਹੈ ਕੂਪਰ ਰੋਡ ਤੋਂ ਆ ਰਿਹਾ ਹੈ, ਉਹਨਾਂ ਵਾਸਤੇ ਇਸ ਲਈ ਗਲਤ ਹੋ ਜਾਏਗਾ ਟ੍ਰੈਫਿਕ, ਕਿਉਂਕਿ ਉਹ ਇੰਟਰਸੈਕਟ ਕਰਨਗੇ ਇਹਨਾਂ ਨੂੰ ਜੇ ਇਹਨਾਂ ਨੇ ਗੋਲਬਾਗ ਜਾਣਾ ਹੈ। ਤੇ ਤਰੀਕਾ ਇਹੀ ਹੈ ਕਿ ਜਿਹੜਾ ਟ੍ਰੈਫਿਕ ਸਟੇਸ਼ਨ ਵੱਲੋਂ ਚੜ੍ਹੇ ਉਹ ਗੋਲ ਚੱਕਰ ਦੇ ਉੱਪਰੋਂ ਘੁੰਮ ਕੇ ਆਵੇ ਔਰ ਉਹਦੇ ਬਾਅਦ ਉਹ ਹਾਲਗੇਟ ਵੱਲ ਥੱਲੇ ਉਤਰੇ। ਵੇਖਦੇ ਹਾਂ ਕਿ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ, ਕਿਉਂਕਿ ਪੁਲਿਸ ਵਾਲਾ ਸਾਨੂੰ ਇੱਥੇ ਨਜ਼ਰ ਨਹੀਂ ਆਉਂਦਾ। 2-3 ਨਿਊਜ਼ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ, ਲੇਕਿਨ ਡਿਪਾਰਟਮੈਂਟ ਸੀਰੀਅਸ ਨਹੀਂ ਹੈ। ਸ਼ਾਇਦ ਕਿਸੇ ਵੱਡੇ ਹਾਦਸੇ ਦੀ ਵੇਟ ਹੋ ਰਹੀ ਹੈ। ਕੈਮਰਾ ਪਰਸਨ ਅਜੇ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਨ ਸੰਬੰਧੀ ਯਤਨ ਆਰੰਭੇ ਗਏ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਕਮੇਟੀ ਰਾਹੀਂ ਚਲਾਏ ਜਾਂਦੇ ਗੁਰਮਤਿ ਸੰਗੀਤ ਵਿਦਿਆਲਿਆ ਅਤੇ ਮਿਸ਼ਨਰੀ ਕਾਲਜਾਂ ਵਿੱਚ ਕੀਰਤਨ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦਾ ਅਭਿਆਸ ਲਾਜ਼ਮੀ ਕਰਨ ਲਈ ਆਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੁਝ ਜਥੇ ਪਹਿਲਾਂ ਹੀ ਮੌਜੂਦ ਹਨ ਅਤੇ ਭਵਿੱਖ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਵੇਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੰਤੀ ਸਾਜ਼ ਵਾਦਕ ਰਾਗੀ ਜਥਿਆਂ ਨਾਲ ਸੇਵਾ ਨਿਭਾਉਂਦੇ ਆ ਰਹੇ ਹਨ। ਅੱਜ ਵੱਖ-ਵੱਖ ਸੋਸ਼ਲ ਸਾਈਟਾਂ ਤੇ ਇੱਕ ਬੜੇ ਜ਼ੋਰ ਸ਼ੋਰ ਨਾਲ ਖਬਰ ਜਿਹੜੀ ਹੈਗੀ ਉਹ ਚੱਲ ਰਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਕਹਿਣ ਤੇ ਹੁਣ ਅੱਗੇ ਤੋਂ ਜਿਹੜਾ ਹੈਗਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜਾ ਉਹ ਹਾਰਮੋਨੀਅਮ ਜਿਹੜਾ ਉਹ ਬੰਦ ਕੀਤਾ ਜਾ ਰਿਹਾ। ਰਾਗੀ ਜਥੇ ਜਿਹੜੇ ਨੇ ਜਿਹੜਾ ਕੀਰਤਨ ਆ ਉਹ ਤੰਤੀ ਸਾਜ਼ਾਂ ਨਾਲ ਹੀ ਕਰਨਗੇ। ਇਸ ਜਿਹੜੀ ਪ੍ਰਕਿਰਿਆ ਨੂੰ 3 ਸਾਲ ਦੇ ਵਿੱਚ ਮੁਕੰਮਲ ਕਰ ਲਿਆ ਜਾਵੇ। ਮੈਂ ਇਹਦੇ ਬਾਰੇ ਸਾਧ ਸੰਗਤ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੁਝ ਜਥੇ ਹੈ ਵੀ ਨੇ ਜਿਹੜੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ ਔਰ ਸਾਡੇ ਜਿੰਨੇ ਵੀ ਵਿਦਿਆਲੇ ਜਾਂ ਮਿਸ਼ਨਰੀ ਕਾਲਜ ਨੇ ਉਹਨਾਂ ਵਿੱਚ ਜਿਹੜਾ ਉਹ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੀ ਜਿਹੜੀ ਪ੍ਰਕਿਰਿਆ ਆ ਉਹ ਸ਼ੁਰੂ ਆ। ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਵੀ ਦੁਬਾਰਾ ਇਹਦੇ ਬਾਰੇ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਨੂੰ ਜਿਹੜਾ ਉਦੇਸ਼ ਕੀਤਾ ਕਿ ਜੇ ਕਿਤੇ ਨਹੀਂ ਵੀ ਹੈ ਕਿਸੇ ਵਿਦਿਆਲੇ ਦੇ ਵਿੱਚ ਮੰਨ ਲਓ ਤੰਤੀ ਸਾਜ਼ਾਂ ਨਾਲ ਕੀਰਤਨ ਸਿੱਖਣ ਦੀ ਜਿਹੜੀ ਹੈਗੀ ਉਹ ਸਿਖਲਾਈ ਦੇਣ ਦੀ ਜਿਹੜੀ ਹੈਗੀ ਉਹ ਨਹੀਂ ਕੋਈ ਟੀਚਰ ਹੈਗਾ, ਤੁਰੰਤ ਉਹਦੇ 'ਤੇ ਅਮਲ ਕਰਦੇ ਹਾਂ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜਾ ਆ ਉਹਨੂੰ ਅੱਗੇ ਵਧਾਇਆ ਜਾਵੇ ਔਰ ਇਹਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਸੁਹਿਰਦਤਾ ਨਾਲ ਅੱਗੇ ਵਧ ਰਹੀ ਹੈ। ਥਾਣਾ ਕੈਂਟ ਪੁਲਿਸ ਨੇ ਇੱਕ ਦੋਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਰਣਜੀਤ ਐਵਨਿਊ ਪੁਲਿਸ ਨੇ ਇੱਕ ਦੋਸ਼ੀ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕਰ ਕੇਸ ਦਰਜ ਕੀਤਾ ਹੈ। ਸ਼੍ਰੀ ਰਾਧਾ ਰਾਣੀ ਪਰਿਵਾਰ ਅਤੇ ਲਾਡਲੇ ਮਹਿੰਦੀਪੁਰ ਵਾਲਿਆਂ ਵੱਲੋਂ ਮਾਂ ਭੱਦਰਕਾਲੀ ਮੇਲੇ ਦੇ ਸਬੰਧ ਵਿੱਚ ਲੋੜਵੰਦਾਂ ਵਿੱਚ ਰਾਸ਼ਨ ਵੰਡਿਆ ਗਿਆ। ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ, ਪ੍ਰਧਾਨ ਰਾਜੇਸ਼ ਸ਼ਰਮਾ, ਰਾਹੁਲ ਪਾਥਰੀਆ, ਸੁਨੀਲ ਸੇਠੀ ਸਮੇਤ ਕਈ ਲੋਕ ਮੌਜੂਦ ਸਨ। ਸ਼੍ਰੀ ਰਾਧਾ ਰਾਣੀ ਪਰਿਵਾਰ ਦੇ ਇਹ ਸਾਰੇ ਸਦੱਸਿਆ ਜਿਹੜੇ ਨੇ ਇਹ ਹਮੇਸ਼ਾ ਹੀ ਟਾਈਮ ਟੂ ਟਾਈਮ ਸਮਾਜ ਦਾ ਕੰਮ ਕਰਦੇ ਰਹਿੰਦੇ ਨੇ ਔਰ ਅੱਜ ਇਹਨਾਂ ਨੇ ਦੁਰਗਿਆਨੇ ਮੰਦਿਰ ਦੇ ਬਾਹਰ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਰਾਸ਼ਨ ਦੇਣ ਦਾ ਪ੍ਰਬੰਧ ਕੀਤਾ ਤੇ ਸਾਰਿਆਂ ਨੂੰ ਰਾਸ਼ਨ ਵੰਡਿਆ, ਜਿਹਦੇ 'ਚ ਦੁਰਗਿਆਨੇ ਦੇ ਅਹੁਦੇਦਾਰ ਵੀ ਹੈਗੇ ਨੇ। ਇਹ ਸਾਰੇ ਆਪਣੇ ਕੰਟਰੀਬਿਊਸ਼ਨ ਕਰਕੇ ਸਾਰੇ ਸਮਾਜ ਦੇ ਕੰਮ ਕਰਦੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਸਾਰਿਆਂ ਨੇ ਪੈਸੇ ਇਕੱਠੇ ਕਰਕੇ
बरसाने जगह खरीदी है जिथे धर्मशाला बनानी चाहते हैं। प्रभु इन्हों काफियत देवे भी ये उत्थे अपनी धर्मशाला बनान ते उहदा लोग अमृतसर दे वासी जिहड़े है वो फायदा उठाउण। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ 6 ਜੂਨ ਦੇ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਬਟਾਲਾ ਵਿੱਚ ਕੀਤੇ ਗਏ ਹਨ ਕੜੇ ਸੁਰੱਖਿਆ ਪ੍ਰਬੰਧ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का एंट्री सिर्फ 5 रुपए से शुरू। Funland in your city, unlimited fun. तुझे देखा हुआ पागल पागल तेरी बॉडी जैसे पागल पागल पास आ जाने जा पन मेरी यामाहा let me hit the throttle let me make you move let me make you move come back boy baby बंदा थोड़ा crack जान लेवा रेज़र मेरा swag let me make you move let me make you move जान लेवा रेज़र मेरा स्वैग है। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਹੁਣ ਪੈਰਾਮਿਲਟਰੀ ਫੋਰਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬਟਾਲਾ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੈਰਾਮਿਲਟਰੀ ਫੋਰਸ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਡਿਊਟੀ ਦੇ ਰਹੇ ਹਨ। ਇਸ ਬਾਰੇ ਬਟਾਲਾ ਦੇ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਪੂਰੇ ਪੰਜਾਬ ਵਿੱਚ 6 ਜੂਨ ਨੂੰ ਆ ਰਹੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਘੱਲੂਘਾਰਾ ਦਿਵਸ ਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਜਿਹੜੀ CAPF ਫੋਰਸ ਜਿਹੜੀ ਆ ਉਹ ਜਿਹੜੀ ਆ ਵੰਡੀ ਹੋਈ ਹੈ, ਜਿਹਦੇ ਵਿੱਚ ਸਾਡੇ ਬਟਾਲੇ ਦੇ ਕੋਲ ਵੀ ਇੱਕ CRPF ਦੀ ਕੰਪਨੀ ਜਿਹੜੀ ਆ ਪਹੁੰਚੀ ਹੋਈ ਹੈ। ਇਹ ਜਿਹੜੀ ਕੰਪਨੀ ਆ ਇਹਦੇ ਵਿੱਚ ਅਸੀਂ ਜਿਹੜੇ ਆਪਣੇ ਜਵਾਨਾਂ ਦੇ ਨਾਲ ਰਲ ਕੇ ਇਹਨਾਂ ਦੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕਾਬੰਦੀ ਕੀਤੀ ਜਾ ਰਹੀ ਹੈ, ਪੈਟਰੋਲਿੰਗ ਕੀਤੀ ਜਾ ਰਹੀ ਹੈ, ਚੈਕਿੰਗ ਕੀਤੀ ਜਾ ਰਹੀ ਹੈ, ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡਾ ਬੇਸਿਕ ਮਕਸਦ ਇਹੀ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਨੂੰ ਕਾਇਮ ਰੱਖਣਾ ਅਤੇ ਕਿਸੇ ਵੀ ਪ੍ਰਕਾਰ ਨਾਲ ਕੋਈ ਜਿਹੜਾ ਗੈਰ ਸਮਾਜਿਕ ਕੋਈ ਹੈ ਤੱਤ ਹੈ ਜਿਹੜਾ ਉਹ ਕਿਸੇ ਕਿਸਮ ਦਾ ਮਾਹੌਲ ਜਾਂ ਸਮਾਜ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਜਿਹੜੀ ਆ ਉਹ ਨਾ ਕਰ ਪਾਵੇ। ਰਣਜੀਤ ਐਵਨਿਊ ਵਿਖੇ AU ਬੈਂਕ ਦੀ ਨਵੀਂ ਬ੍ਰਾਂਚ ਖੋਲੀ ਗਈ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਬ੍ਰਾਂਚ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਰੀਜਨਲ ਹੈੱਡ ਸਦਿਨ ਸਹਿਗਲ, ਕਲਸਟਰ ਹੈੱਡ ਸੌਰਵ ਅਰੋੜਾ, ਬ੍ਰਾਂਚ ਮੈਨੇਜਰ ਗੌਰਵ ਸ਼ਰਮਾ, ਮੈਨੇਜਰ ਗੁਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਬੈਂਕ ਵਿੱਚ ਲੋਕਾਂ ਨੂੰ ਬਿਹਤਰ ਬੈਂਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਿਆਰਾ ਲਾਲ ਸੇਠ, ਐਡਵੋਕੇਟ ਜਸਬੀਰ ਸਿੰਘ, राजेश महेंद्रू, दीदार सिंह समेत कई लोग मौजूद सन। और AU बैंक अपनी सेकंड ब्रांच यहाँ रंजीत एवेन्यू में लॉन्च कर रहा है और AU बैंक को बैंकिंग इंडस्ट्री में 5 साल हो गए और ये 25 साल ओल्ड ऑर्गेनाइजेशन है और हमारे जो FD के और सेविंग रेट ऑफ इंटरेस्ट जो हैं वो बाकी बैंकों से बहुत कंपैरेटिवली बेटर है। और इसके अलावा से AU बैंक हर तरह का लोन कर रहा है और लोन की हमारी एक एक्सक्लूसिव यहाँ पर अमृतसर में एक ब्रांच है जिसको अपने मॉल रोड पे हमारी लॉन्चिंग हुई है।
उसके अलावा हमारे पास हर तरह की सर्विस है, हर तरह के कस्टमर के लिए हम हर तरह की सुविधाएं दे रहे हैं। एयू बैंक के पास लॉकर्स भी हैं, एयू बैंक कार लोन कर रहा है, होम लोन कर रहा है, लोन अगेंस्ट प्रॉपर्टी कर रहा है, स्मॉल स्केल इंडस्ट्री को हम फंडिंग कर रहे हैं। ਤਰਨਤਾਰਨ ਦੇ ਐਸਡੀਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਤਰਨਤਾਰਨ ਵਿਖੇ ਸਰਵਿਸ ਕਲੱਬ ਵਾਲੀ ਜਗ੍ਹਾ ਚਿਲਡਰਨ ਪਾਰਕ ਵਾਸਤੇ ਹੈ ਅਤੇ ਕਲੱਬ ਨਜਾਇਜ਼ ਤੌਰ ਤੇ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਲੱਬ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇੱਕ ਵਾਰ ਵਰਬਲ ਇਹਨਾਂ ਨੂੰ ਬੁਲਾਇਆ ਸੀ, 3 ਵਾਰ ਇਨ ਰਾਈਟਿੰਗ ਵੀ ਬੁਲਾਇਆ ਗਿਆ, 2 ਵਾਰ ਇਹ ਆਏ थे, ਇਹਨਾਂ ਦੀ ਅਟੈਂਡੈਂਸ ਵੀ ਲਵਾਈ ਗਈ, ਪਰ ਕਿਸੇ ਵੀ ਤਰ੍ਹਾਂ ਦਾ ਕੋਈ ਪੁਖਤਾ ਸਬੂਤ ਇਹਨਾਂ ਵੱਲੋਂ ਨਹੀਂ ਦਿੱਤਾ ਗਿਆ ਜਿੱਥੋਂ ਇਹ ਸਾਬਤ ਹੋ ਸਕੇ ਵੀ ਇਹ ਜਿਹੜੀ ਚਿਲਡਰਨ ਪਾਰਕ ਦੀ ਜਗ੍ਹਾ ਹੈ ਉੱਥੇ ਸਾਡਾ ਕਲੱਬ ਦੇ ਤੌਰ ਤੇ ਅਸੀਂ ਕਦੀ ਇਹਨਾਂ ਨੂੰ ਆਥੋਰਾਈਜ਼ ਕੀਤਾ ਹੋਵੇ ਬੈਠਣ ਲਈ। ਰੈਵਨਿਊ ਰਿਕਾਰਡ ਵੀ ਵੇਖਿਆ ਗਿਆ, ਤਹਿਸੀਲਦਾਰਾਂ ਤੋਂ ਰਿਪੋਰਟ ਵੀ ਲਈ ਗਈ, ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਇਹ ਮੀਟਿੰਗ ਰੱਖੀ ਗਈ ਸੀ। ਮੀਟਿੰਗ ਦੇ ਵਿੱਚ ਤਹਿਸੀਲਦਾਰ ਸਾਹਿਬਾਨ ਵੀ ਹਾਜ਼ਰ ਸੀ, EOMC ਕਮੇਟੀ ਦੇ ਜਿਹੜੇ EO ਹੁੰਦੇ ਨੇ ਉਹ ਵੀ ਹਾਜ਼ਰ ਸੀ। ਉਹਨਾਂ ਨੇ ਵੀ ਦਫ਼ਤਰੀ ਕਾਗਜ਼ ਸ਼ੋਅ ਕੀਤਾ ਜਿੱਥੇ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਇੱਕ ਚੇਤਾਵਨੀ ਪੱਤਰ ਜਾਰੀ ਕੀਤਾ ਹੈ ਵੀ ਇਹ ਜਿਹੜੀ ਜ਼ਮੀਨ ਹੈ ਚਿਲਡਰਨ ਪਾਰਕ ਲਈ ਵਰਤੋਂ ਲਈ ਲਿਆ ਜਾ ਸਕਦੀ ਹੈ। ਉਹਨਾਂ ਦੀ ਲਿਖਿਤ ਰਿਪੋਰਟ ਅਨੁਸਾਰ, ਤਹਿਸੀਲਦਾਰ ਸਾਹਿਬ ਦੀ ਰਿਪੋਰਟ ਅਨੁਸਾਰ ਸਰਵਿਸ ਕਲੱਬ ਨਾਂ ਦਾ ਕੋਈ ਕਲੱਬ ਰਜਿਸਟਰਡ ਤਰਨਤਾਰਨ ਦੇ ਵਿੱਚ ਹੈ ਹੀ ਨਹੀਂ। ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਅਤੇ ਮਾਤਾ ਸੀਮਾ ਜੀ ਸੰਗਤ ਦੇ ਰੂਪ ਵਿੱਚ ਮੰਦਿਰ ਮਾਤਾ ਭੱਦਰਕਾਲੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਰਦਾਰ ਬਾਸਰਕੇ ਨੇ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਮਹੱਤਵਪੂਰਨ ਇਤਿਹਾਸ ਹੈ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਮਾਤਾ ਜੀ ਦੇ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਦੀਵਾਨ ਵਿਜੇ ਕੁਮਾਰ, ਸੰਜੀਵ ਕੁਮਾਰ, ਅਜੇ ਕੁਮਾਰ ਵੀ ਮੌਜੂਦ ਸਨ। ਅੱਜ ਮਾਤਾ ਭੱਦਰਕਾਲੀ ਜੀ ਦੇ ਸਾਲਾਨਾ ਮੇਲੇ ਦੇ ਸਬੰਧ ਦੇ ਵਿੱਚ ਮਾਤਾ ਜੀ ਦੇ ਦਰਸ਼ਨ ਕਰਨ ਆਏ ਹਾਂ, ਦਰਬਾਰ 'ਚ ਹਾਜ਼ਰੀਆਂ ਲਾਉਣ ਲਈ ਆਏ ਹਾਂ। ਜਿਹੜਾ ਮੇਲਾ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਹ ਭੱਦਰਕਾਲੀ ਮਾਂ ਦਾ ਇਤਿਹਾਸ ਬਹੁਤ ਹੀ ਮਹੱਤਤਾਪੂਰਨ ਇਤਿਹਾਸ ਹੈ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਜ਼ੁਲਮ ਦਾ ਟਾਕਰਾ ਕੀਤਾ, ਜ਼ੁਲਮ ਦਾ ਨਾਸ਼ ਕੀਤਾ। ਭਗਵਾਨ ਵਾਲਮੀਕੀ ਵੈਲਫੇਅਰ ਸੁਸਾਇਟੀ ਫੋਕਲ ਪੁਆਇੰਟ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦਾ ਸ਼ੁਭਾਰੰਭ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ। ਪੁਲਿਸ ਅਧਿਕਾਰੀ ਨੀਰਜ ਕੁਮਾਰ, महंत मलकीत नाथ, प्रदीप गब्बर, रविंदर हंस, केवल अटवाल, संदीप मट्टू, नवजीत गिल समेत कई लोग मौजूद सन। बाबा भीम राव अंबेडकर साहब जी का बुत जिन्हों की मूर्ति स्थापना पुराना जवाहर नगर के विच कीती गई है। इस इलाका निवासियों नूं और देशों विच रहिंदियां नूं इस दिहाड़े की सारिਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ। बुत जड़ा है तैयार करवा के स्थापित किया गया है। ये जड़ा इत्थे इलाका है बहुत ही पछड़िया इलाका सी। डॉक्टर पहलों सब तो इत्थे भगवान वाल्मीकि जी का मंदिर बनाया गया। बहुत बड़ा उपराला करके डॉक्टर भीम राव अंबेडकर जी का सरੂਪ ਲਵਾਇਆ है। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਨਗਰ ਦਾ ਧੰਨਵਾਦ ਕਰਦੇ ਹਾਂ। शिव सेना राष्ट्रीय भगवा पार्टी राष्ट्रीय प्रधान पंकज दवेसर की अगवाई हेठ बैठक की गई ਅਤੇ ਸੰਗਠਨ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਾਲੂ ਗੁਪਤਾ ਨੂੰ ਦੁਰਗਾ ਸੇਨਾ ਦਾ ਪੰਜਾਬ ਪ੍ਰਧਾਨ, ਪ੍ਰਿਆ ਅਰੋੜਾ ਨੂੰ ਉਪ ਪ੍ਰਧਾਨ ਪੰਜਾਬ ਅਤੇ ਅਨੂ ਖੋਸਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਤੇ ਮੈਨੂੰ ਉਮੀਦ ਆ ਵੀ ਇਹ ਮਹਿਲਾ ਲਈ ਵਧੀਆ ਤੋਂ ਵਧੀਆ ਕੰਮ ਕਰਨਗੇ। ਜਿੱਥੇ ਜਿੱਥੇ ਇਹਨਾਂ ਨੂੰ ਸਾਡੀ ਭਗਵਾ ਸੇਨਾ ਦੀ ਜ਼ਰੂਰਤ ਪਏਗੀ ਅਸੀਂ ਨਾਲ ਇਹਨਾਂ ਦੇ ਖੜੇ ਆ। ਭਾਰਤੀ ਸ਼ਿਸ਼ੂ ਸੈਨਿਕ ਸਕੂਲ ਵਿਖੇ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਅਤੇ ਵੂਮਨ ਹੈਲਪਲਾਈਨ ਬਾਰੇ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਰਘੂ ਸ਼ਰਮਾ ਨੇ ASI ਨਰੇਸ਼ ਕੁਮਾਰ, ASI ਜਗਦੀਸ਼ ਸਿੰਘ, ਕਾਂਸਟੇਬਲ ਕਮਲਜੀਤ ਕੌਰ, ਸੰਦੀਪ ਕੌਰ ਨੂੰ ਸਨਮਾਨਿਤ ਕੀਤਾ। ਮਾਤਾ ਭੱਦਰਕਾਲੀ ਮੇਲੇ ਦੇ ਸਬੰਧ ਵਿੱਚ ਸ਼ਾਸਤਰੀ ਮਾਰਕੀਟ ਵਿਖੇ ਲੰਗਰ ਲਗਾਇਆ ਗਿਆ। ਕੌਂਸਲਰ ਵਿਕਾਸ ਸੋਨੀ, ਵਿਸ਼ਾਲ ਗਿੱਲ, ਪਰਮਜੀਤ ਚੋਪੜਾ, ਗਿਨੀ ਪਾਟਿਆ, विकी दत्ता, विकी चिदा समेत कई लोग मौजूद सन। साहब श्री गुरु अर्जन देव जी के शहीदी दिहाड़े ते समागम 3 जून ਨੂੰ गुरुद्वारा प्रबंधक कमेटी ਵੱਲੋਂ गुरुद्वारा संगत साहब लोहारका रोड विखे आयोजित किया जाएगा। इस संबंध में 1 मई तो 31 मई तक
ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ। 3 ਜੂਨ ਨੂੰ ਸਵੇਰੇ 9:30 ਵਜੇ ਅਖੰਡ ਪਾਠ ਦੇ ਭੋਗ ਪੈਣਗੇ ਅਤੇ ਕੀਰਤਨ ਹੋਵੇਗਾ। शनि चरण सेवक सभा चौंक घंटाघर ਵੱਲੋਂ श्री शनि जयंती महोत्सव 30 मई सोमवार ਨੂੰ शनि मंदिर चौंक घंटाघर ਵਿਖੇ ਮਨਾਇਆ ਜਾਏਗਾ। 27 ਮਈ ਸ਼ੁੱਕਰਵਾਰ ਨੂੰ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ ਅਤੇ 30 ਮਈ ਸ਼ਾਮ ਆਤਿਸ਼ਬਾਜ਼ੀ ਵੀ ਹੋਏਗੀ। महाराज की जय, शनीश्वर भगवान की जय। ਸਾਡੇ ਇੱਥੋਂ ਸ਼ਨੀ ਮਹਾਰਾਜ ਦੀ ਹਰ ਸਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਤੇ ਸ਼ਨੀ ਮਹਾਰਾਜ ਦਾ ਜਨਮ ਦਿਨ ਹੈ। ਬੜੀ ਸ਼ਰਧਾ ਪੂਰਵਕ ਸਾਰੇ ਸ਼ਹਿਰ ਦੇ ਵਾਸੀ ਆਪਾਂ ਇਕੱਠੇ ਮਿਲ ਕੇ ਮਨਾਉਂਦੇ ਹਾਂ। 27 ਤਰੀਕ ਨੂੰ ਸ਼ਨੀ ਮਹਾਰਾਜ ਦੀ ਜਿਹੜੀ ਸ਼ੋਭਾ ਯਾਤਰਾ ਆਪਾਂ ਆਪਣੇ ਮੰਦਿਰ ਘੰਟਾਘਰ ਚੌਂਕ ਚੋਂ ਦਰਬਾਰ ਸਾਹਿਬ ਦੇ ਲਾਗੇ ਗੋਲਡਨ ਟੈਂਪਲ ਤੋਂ 4 ਵਜੇ ਸ਼ੁਰੂ ਕਰਾਂਗੇ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਦੇਸ਼ ਆਰਥਿਕ ਰੂਪ ਵਿੱਚ ਕਰ ਰਿਹਾ ਤਰੱਕੀ, ਆਖਿਆ ਕੇਂਦਰੀ ਖਜ਼ਾਨਾ ਰਾਜ ਮੰਤਰੀ ਭਾਗਵਤ ਕ੍ਰਿਸ਼ਨ ਰਾਜ करार ਨੇ। ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਬਣਾਏ ਜਾਣਗੇ IT ਸਕਿੱਲ ਸੈਂਟਰ, ਆਖਿਆ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ। ਮਾਤਾ ਭਦਰਕਾਲੀ ਮੇਲੇ ਦਾ ਸ਼ਰਧਾ ਤੇ ਉਲਾਸ ਨਾਲ ਹੋਇਆ ਆਯੋਜਨ। ਇਹ ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।